की नाही बिंद, नानक मोया का क्या मारना, जे आप मारे गोविंद। महला तीजा। मन की पतरी वाचनी, सुखी हूँ सुख सार। सो ब्राह्मण भला आखिए, जे बूझे ब्रह्म विचार। हर सलाह है हर पढ़े, गुर के शब्द विचार। आया ओ परवान है, जे कुल का करे उदार। अगे जात ना पूछिए, करनी शब्द है सार। होर कूड़ पढ़ना, कूड़ कमावना। बिखिया नाल प्यार, अंदर सुख ना होवई। मन मुख जन्म खुआर। नानक नाम रते से उबरे, गुर कहित अपार। पौड़ी। आपे कर कर वेखदा, आपे सब सच्चा। जो हुक्म न बूझे खसम का, सोई नर कच्चा। जित भावै तित लाएंदा, गुरमुख हर सच्चा। सबना का साहिब एक है, गुर शब्दी रचा। गुरमुख सदा सलाहिए, सब तिस दे जचा। ज्यों नानक आपन चाहेंदा, तिवही को नचा। ज्यों नानक आपन चाहेंदा, तिवही को नचा। वाहिगुरु जी का खालसा, वाहिगुरु जी की फतेह। मारू की वार दी ये 22ਵੀਂ अंतली पौड़ी है, क्योंकि इस वार दियां 22 पौड़ियां हैं। उस दे नाल दर्ज 2 श्लोकां दा पाठ आप जी ने सरवण किया है। इस दी विचार भाई
परविंदरपाल सिंह जी बुट्टर दमदमी टकसाल चौक मेहता वाले आप जी नूं सरवण करवाउणगे। एक दिन का भाई साहब जी होरां दा साडे पास समा है। आप संगत वालों प्रबंधक सेवादारां वालों भाई साहब जी होरां दा बहुत बहुत धन्यवाद। वाहिगुरू जी का खालसा वाहिगुरू जी की फतेह। वाहिगुरु साहिब जी डंडौत बंदन अनक बार सर्ब कला समरथ डोलन ते राखो प्रभु नानक दे कर हथ कर कृपा मेरे प्रीतम स्वामी नेत्र देखह दर्श तेरा राम लाख जिह्वा देहो मेरे प्यारे मुख हर आराध मेरा राम कोल कुमाई लालना गुरमन दीना सुन शब्द तुम्हारा मेरा मन भीना एह मन भीना जो जल मीना लागा रंग मुरारा कीमत कही न जाई ठाकुर तेरा महल अपारा सगल गुणा के दाते स्वामी बिनौ सुनो एक दीना देहो दरस नानक बलिहारी जियड़ा बाल बाल कीना सतगुरु गरीब निवाज पतत पावन भगत वत्सल कृपा निदान ज़ाहर ज़हूर हाज़र हजूर जुगो जुग अटल धन धन सतगुरु श्री गुरु ग्रंथ साहिब सच्चे पातशाह जी की पावन हजूरी विच सुभाए मान गुरु की साजी निवाजी परम सत्कारयोग साध संगत जियो वाहिगुरु जी का खालसा वाहिगुरु जी की फतेह। अकाल पुरख वाहिगुरु जी की अपार कृपा दे नाल धन धन सतगुरु श्री गुरु हरकृष्ण साहिब जी के परम पवित्र अस्थान गुरुद्वारा श्री बंगला साहिब विखे जुगो जुग अटल सतगुरु ग्रंथ साहिब जी दे दर्शन दिदारियां दा सुभाग ਅਤੇ सत संगत ਦਾ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ।
ਅੰਮ੍ਰਿਤ ਰੂਪ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਇਸ ਮਹਾਨ ਪਰਮ ਪਵਿੱਤਰ ਅਸਥਾਨ ਤੇ ਚੱਲ ਰਹੀ ਹੈ। ਮਾਰੂ ਰਾਗ ਕੀ ਪਹਿਲੀ ਵਾਰ ਦਾ ਜੋ ਅਖੀਰਲਾ ਸ਼ਬਦ ਹੈ ਸਲੋਕਾਂ ਦੇ ਸਮੇਤ 22ਵੀਂ ਪੌੜੀ, ਤਿਸ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਓਟ ਆਸਰੇ ਦੇ ਸਦਕਾ ਆਪਾਂ ਰਲ ਮਿਲ ਗੁਰ ਉਪਦੇਸ਼ ਦੀ ਵਿਚਾਰ ਕਰਨੀ ਹੈ। ਵਿਦਵਾਨ ਜਨਾਂ ਤੋਂ ਆਪ ਜੀ ਨੇ ਪਿਛਲੇ ਸਾਰੇ ਪਦਿਆਂ ਦੀ ਕਥਾ ਸਰਵਣ ਕੀਤੀ। 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਏਮਾਨ ਹਨ, ਜਿਨ੍ਹਾਂ ਦੇ ਵਿੱਚੋਂ 2 ਵਾਰਾਂ ਰਾਏ ਸੱਤੇ ਬਲਵੰਡ ਕੀ ਰਾਮਕਲੀ ਰਾਗ ਵਿੱਚ ਔਰ ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਵਾਰ ਇਹ ਪੌੜੀਆਂ ਦੇ ਰੂਪ ਵਿੱਚ ਹੀ ਹਨ, ਕਿਉਂਕਿ ਵਾਰ ਦੀ ਚਾਲ ਪੌੜੀਆਂ ਦੀ ਛੰਦਾਬੰਦੀ ਵਿੱਚ ਹੀ ਹੁੰਦੀ ਹੈ। ਔਰ ਬਾਕੀ ਸਾਰੀਆਂ 20 ਵਾਰਾਂ ਜੋ ਹਨ ਉਹ ਸਤਿਗੁਰਾਂ ਨੇ ਸਲੋਕਾਂ ਸਮੇਤ ਦਰਜ ਕੀਤੀਆਂ ਹਨ। ਔਰ ਇਹ ਨਿਯਮ ਸਮਝਣਾ ਚਾਹੀਏ, ਵਾਰ ਦੇ ਆਰੰਭ ਵਿੱਚ ਜਿਸ ਮਹੱਲੇ ਦਾ ਜਿਸ ਪਾਤਸ਼ਾਹੀ ਦਾ ਸਿਰਲੇਖ ਆਵੇ ਉਹਦੇ ਤੋਂ ਇਹ ਭਾਵ ਹੁੰਦਾ ਹੈ ਕਿ ਇਹ ਸਾਰੀਆਂ ਪੌੜੀਆਂ ਇਸ ਵਾਰ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਸਰੂਪ ਦੀਆਂ ਉਚਾਰਨ ਕੀਤੀਆਂ ਹਨ। ਮਾਰੂ ਰਾਗ ਦੀ ਇਹ ਜੋ ਪਹਿਲੀ ਵਾਰ ਹੈ, ਕਿਉਂਕਿ ਮਾਰੂ ਰਾਗ ਵਿੱਚ 2 ਵਾਰਾਂ ਹਨ, ਇਹ ਪਹਿਲੀ ਵਾਰ ਇਸ ਦੇ ਆਰੰਭ ਵਿੱਚ ਸਿਰਲੇਖ ਹੈ ਮਾਰੂ ਵਾਰ ਮਹੱਲਾ ਤੀਜਾ, ਭਾਵ ਕਿ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਇਸ ਤੋਂ ਭਾਵ ਕਿ ਇਸ ਵਾਰ ਦੀਆਂ ਸਾਰੀਆਂ ਜੋ 22 ਪੌੜੀਆਂ ਹਨ ਇਹਨਾਂ ਦਾ ਉਚਾਰਨ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਤੀਸਰੇ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ। ਬਹੁਤਾਤ ਵਿੱਚ ਸਲੋਕ ਵੀ ਤੀਸਰੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ। ਪਹਿਲੇ ਪਾਤਸ਼ਾਹ ਜੀ ਦੇ ਵੀ ਸਲੋਕ ਹਨ, ਹੋਰ ਵੀ ਇਸੇ ਪ੍ਰਕਾਰ ਸਤਿਗੁਰੂ ਜੀ ਨੇ ਆਪਣੇ ਸਰੀਰਕ ਰੂਪਾਂ ਵਿੱਚ ਵੱਖ-ਵੱਖ ਇਹ ਸਲੋਕ ਉਚਾਰਨ ਕੀਤੇ ਨੇ। ਪਰ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸਰੀਰ ਦੀ ਤਬਦੀਲੀ ਤਾਂ ਭਾਵੇਂ ਹੈ 10 ਜਾਮਿਆਂ ਵਿੱਚ, ਪਰ ਇੱਕੋ ਹੀ ਗੁਰਤਾ ਦੀ ਅਗੰਮੀ ਜੋਤ ਔਰ ਨਾਮਦਾਨ ਦੇਣ ਦੀ, ਸੰਸਾਰ ਦਾ ਪਾਰ ਉਤਾਰਾ ਕਰਨ ਦੀ ਇੱਕੋ ਹੀ ਜੁਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਖ-ਵੱਖ ਸਰੀਰਕ ਜਾਮਿਆਂ ਵਿੱਚ ਵੀ ਵਿਚਰਦੀ ਆਈ ਹੈ। ਸੋ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਗੁਰੂ ਚਰਨਾਂ ਵਿੱਚ ਜੋੜੀਏ। ਲੇਵ ਸੁਰਤ ਨੂੰ ਇਕਾਗਰ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ। ਸਲੋਕ ਮਹੱਲਾ ਤੀਜਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦਿਆਂ ਹੋਇਆਂ ਪਾਵਨ ਉਪਦੇਸ਼ ਬਖਸ਼ ਰਹੇ ਨੇ। ਸਲੋਕ ਅੱਖਰ ਦੇ ਅਰਥ ਨੂੰ ਜੇਕਰ ਵਿਚਾਰੀਏ ਤਾਂ ਇਸ ਦੇ ਅਨੇਕਾਂ ਅਰਥ ਹਨ। ਗੁਰਬਾਣੀ ਵਿੱਚ ਪ੍ਰਮੁੱਖ ਤੌਰ ਤੇ ਜੋ ਇਹ ਸਲੋਕ ਆਉਂਦੇ ਨੇ, ਇਹ ਛੰਦਾਬੰਦੀ ਦੀ ਚਾਲ ਦਾ ਇੱਕ ਕਿਸਮ ਹੈ, ਇੱਕ ਨਿਯਮ ਹੈ। ਪਿੰਗਲ ਦੇ ਅਨੁਸਾਰ ਛੰਦਾਬੰਦੀ ਦੀ ਕਾਵ ਰਚਨਾ ਦੇ ਅਨੇਕ ਪ੍ਰਕਾਰ ਦੇ ਛੰਦ ਹੁੰਦੇ ਨੇ। ਉਹਨਾਂ ਅਨੇਕ ਛੰਦਾਬੰਦੀ ਦੇ ਰੂਪਾਂ ਵਿੱਚੋਂ ਇੱਕ ਰੂਪ ਇਹ ਸਲੋਕ ਹੈ।
ਸ਼ਲੋਕ ਦਾ ਅਰਥ ਜਸ ਵੀ ਹੈ, ਸ਼ਲੋਕ ਦਾ ਅਰਥ ਉਪਦੇਸ਼ ਵੀ ਹੈ। ਬੈਕੁੰਠ ਦੀਆਂ 4 ਮੁਕਤੀਆਂ ਮੰਨੀਆਂ ਜਾਂਦੀਆਂ, ਉਹਨਾਂ ਵਿੱਚੋਂ ਪਹਿਲੀ ਮੁਕਤੀ ਦਾ ਨਾਮ ਵੀ ਸ਼ਲੋਕ ਹੈ। ਜਿਸ ਇਸ਼ਟ ਦੇਵ ਦੀ ਕੋਈ ਪੂਜਾ ਉਪਾਸਨਾ ਕਰਦਾ ਹੋਵੇ, ਉਹ ਉਪਾਸਨਾ ਪੂਰੀ ਹੋਣ ਤੋਂ ਉਸ ਦੇ ਲੋਕ ਦਾ ਵਾਸਾ ਮਿਲ ਜਾਣਾ, ਇਸ ਨੂੰ ਸ਼ਲੋਕ ਮੁਕਤੀ ਕਿਹਾ ਜਾਂਦਾ ਹੈ। ਤੇ ਸੰਧੀ ਵਿਛੇਦ ਰੀਤੀ ਦੇ ਰਾਹੀਂ ਸਲੋਕ ਤੋਂ ਭਾਵ ਹੈ ਸਵੈ ਲੋਕ, ਨਿਜ ਲੋਕ। ਵਾਹਿਗੁਰੂ ਜੀ ਦਾ ਆਪਣਾ ਨਿਜ ਲੋਕ ਭਾਵ ਕੇ ਸੱਚਖੰਡ। ਇਉਂ ਸੰਪੂਰਨ ਤੌਰ ਤੇ ਆਪਾਂ ਵਿਚਾਰੀਏ ਕਿ ਗੁਰੂ ਕਾ ਐਸਾ ਪਾਵਨ ਉਪਦੇਸ਼, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕੀਤਾ ਹੋਇਆ, ਜਸ ਉਚਾਰਨ ਕਰਨ ਦੀ ਸਿੱਖਿਆ ਦਿੱਤੀ ਹੋਈ ਹੈ, ਔਰ ਜਿਸ ਦੀ ਕਮਾਈ ਕਰਕੇ ਸ਼ਲੋਕ ਮੁਕਤੀ ਤਾਂ ਕੀ ਬਲਕਿ ਸਵੈ ਲੋਕ ਦੀ ਭਾਵ ਵਾਹਿਗੁਰੂ ਦੇ ਮਿਲਾਪ ਰੂਪੀ ਨਿਜ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਪਰਮ ਪਵਿੱਤਰ ਉਪਦੇਸ਼ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਛੰਦਾਬੰਦੀ ਦੀ ਚਾਲ ਸ਼ਲੋਕ ਵਿੱਚ ਉਚਾਰਨ ਕਰਦੇ ਹਨ। ਜਿਨ ਕਉ ਅੰਦਰ ਗਿਆਨ ਨਹੀਂ, ਭੈ ਕੀ ਨਾਹੀ ਬਿੰਦ। ਹਜ਼ੂਰ ਫਰਮਾਉਂਦੇ ਨੇ, ਜਿਨ ਕਉ ਅੰਦਰ ਗਿਆਨ ਨਹੀਂ, ਜਿਨ੍ਹਾਂ ਨੂੰ ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਮਨ ਬੁੱਧ ਅੰਦਰ ਗਿਆਨ ਨਹੀਂ। ਗਿਆਨ ਕਿਹੜਾ? ਪਰਮ ਪਿਤਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ, ਆਪਣੇ ਅੰਤਰ ਆਤਮੇ ਦਾ, ਆਪਣੇ ਨਿਜ ਦਾ, ਆਪਣੇ ਅਸਲ ਸਰੂਪ ਦਾ। ਜੇ ਅਸੀਂ ਅੱਜ ਦੇ ਸਮੇਂ ਵੱਲ ਨਿਗਾਹ ਮਾਰੀਏ ਤਾਂ ਬਾਹਰੀ ਵਿਦਿਆ ਦਾ ਅੱਜ ਬਹੁਤ ਵੱਡਾ ਪਸਾਰਾ ਹੈ। ਵਿਦਿਆ ਪੜ੍ਹ ਕੇ ਮਨੁੱਖ ਦੁਨਿਆਵੀ ਗਿਆਨ ਹਾਸਲ ਕਰਦਾ ਹੈ, ਔਰ ਇਹ ਗਿਆਨ ਮਨੁੱਖ ਨੂੰ ਸੰਸਾਰਕ ਖੇਤਰ ਵਿੱਚ ਹੋਰ ਉਚੇਰੇ ਤੋਂ ਉਚੇਰੇ ਲਿਜਾ ਰਿਹਾ ਹੈ। ਆਪਾਂ ਸਭ ਜਾਣਦੇ ਹਾਂ, ਕਿਤੇ ਮੰਗਲ ਗ੍ਰਹਿ ਤੇ ਦੁਨੀਆ ਵਸਾਉਣ ਦੇ ਸੰਭਾਵਨਾਵਾਂ ਲੱਭੀਆਂ ਜਾ ਰਹੀਆਂ ਨੇ, ਕਿਤੇ ਚੰਦਰਮਾ ਤੇ ਪਾਣੀ ਦੀ ਖੋਜ ਤੇ ਹੋਰ ਅਨੇਕ ਪ੍ਰਕਾਰ ਦੀਆਂ ਖੋਜਾਂ ਹੋ ਰਹੀਆਂ, ਕਿਧਰੇ ਹੋਰ ਗ੍ਰਹਿਆਂ ਨੂੰ ਖੋਜਿਆ ਜਾ ਰਿਹਾ ਹੈ। ਔਰ ਵਿਗਿਆਨ ਦੀਆਂ ਜਿੰਨੀਆਂ ਵੀ ਸਹੂਲਤਾਂ ਅੱਜ ਆਪਾਂ ਮਾਣ ਰਹੇ ਹਾਂ, ਇਹ ਵੀ ਤਾਂ ਵਾਹਿਗੁਰੂ ਨੇ ਉਹਨਾਂ ਨੂੰ ਮਾਦਾਵਾਦੀ ਗਿਆਨ ਹੀ ਬਖਸ਼ਿਸ਼ ਕੀਤਾ ਹੈ ਨਾ, ਖੋਜਾਂ ਕਰਨ ਵਾਲਿਆਂ ਨੂੰ। ਇਉਂ ਮਨੁੱਖ ਬਾਹਰ ਮੁਖੀ ਗਿਆਨ ਦਾ ਭੰਡਾਰ ਅੱਜ ਇਕੱਤਰ ਕਰੀ ਬੈਠਾ ਹੈ, ਪਰ ਜਿੰਨਾ ਬਾਹਰ ਮੁਖੀ ਗਿਆਨ ਹੈ, ਓਨਾ ਹੀ ਆਪਣੇ ਅੰਤਰੀਵ ਗਿਆਨ ਤੋਂ ਅੱਜ ਦਾ ਮਨੁੱਖ ਅਵੇਸਲਾ ਹੈ। ਆਪਣੇ ਨਿਜ ਸਰੂਪ ਦਾ ਗਿਆਨ ਨਹੀਂ, ਆਪਣੇ ਆਪੇ ਦੀ ਸੋਝੀ ਨਹੀਂ। ਮੈਂ ਕੀ ਹਾਂ, ਮੇਰਾ ਵਜੂਦ ਕੀ ਹੈ, ਮੈਂ ਸੰਸਾਰ ਤੇ ਕਾਹਦੇ ਵਾਸਤੇ ਆਇਆ, ਮੇਰਾ ਮਨੋਰਥ ਕੀ ਹੈ। ਤੇ ਜੇ ਮਨੋਰਥ ਦੀ ਸਮਝ ਪੈ ਵੀ ਜਾਵੇ ਤਾਂ ਉਹ ਮਨੋਰਥ ਪੂਰਾ ਕਿਵੇਂ ਹੋਣਾ ਹੈ, ਇਹ ਗਿਆਨ ਮਨੁੱਖ ਨੂੰ ਨਹੀਂ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਇਹ ਸੋਝੀ ਬਖਸ਼ਦੇ ਨੇ ਕਿ ਐ ਇਨਸਾਨ, ਜੇ ਤੂੰ ਆਪਣੇ ਅਸਲੇ ਦੀ ਪਛਾਣ ਕਰਨੀ ਹੈ ਤਾਂ ਇਉਂ ਸਮਝ ਲੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਐ ਮੇਰੇ ਅੰਤਰ ਆਤਮੇ, ਐ ਜੀਵ ਆਤਮਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਉਸੇ ਦੀ ਅੰਸ਼ ਹੈ। ਆਪਣੇ ਉਸ ਮੁੱਢ ਨੂੰ, ਆਪਣੇ ਮੂਲ ਨੂੰ ਪਛਾਣਨਾ ਕਰ, ਉਸ ਵਾਹਿਗੁਰੂ ਨੂੰ ਖੋਜਣਾ ਕਰ। ਹੈ ਤਾਂ ਉਹ ਤੇਰੇ ਨਾਲ ਹੀ ਹੈ, ਕਿਤੇ ਦੂਰ ਨਹੀਂ, ਕਿਤੇ ਪਾਸਿਓਂ ਭਾਲਣ ਨਹੀਂ ਜਾਣਾ। ਹੈ ਤਾਂ ਤੇਰੇ ਨਾਲ ਹੈ, ਤੇਰੇ ਹਿਰਦੇ ਵਿੱਚ ਹੀ ਵਸ ਰਿਹਾ ਹੈ। ਜੇ ਤੂੰ ਗੁਰੂ ਕੀ ਮੱਤ ਦਾ ਧਾਰਨੀ ਬਣੇ, ਗੁਰੂ ਕੀ ਸਿੱਖਿਆ ਤੇ ਚੱਲੇ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਤੂੰ ਮਾਣ ਸਕਦਾ ਹੈ। ਰੋਜ਼ ਗੁਰੂ ਕੇ ਬਚਨ ਆਪਾਂ ਪੜ੍ਹਦੇ ਔਰ ਚੇਤੇ ਕਰਦੇ ਹਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਕਸਦ ਹੈ ਜ਼ਿੰਦਗੀ ਦਾ। ਇਹ ਮਨੁੱਖਾ ਦੇਹੀ ਜੋ ਪ੍ਰਾਪਤ ਹੋਈ ਹੈ ਨਾ,
ਇਹ ਸੰਸਾਰ ਦੇ ਸਿਰਜਣਹਾਰੇ, ਸਮੂਹ ਸੰਸਾਰ ਦੀ ਰੱਖਿਆ ਕਰਨ ਵਾਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦੀ ਵਾਰੀ ਹੈ। ਇਹ ਸਮਾਂ ਮਿਲਿਆ ਹੈ। ਇਸ ਜੀਵਨ ਅੰਦਰ ਆਪਾਂ ਪ੍ਰਭੂ ਦੀ ਪ੍ਰਾਪਤੀ ਦਾ ਯਤਨ ਕਰਨਾ ਹੈ ਤੇ ਉਸ ਯਤਨ ਦੇ ਤਹਿਤ ਅਵਰ ਕਾਜ ਤੇਰੇ ਕਿਤੇ ਨਾ ਕਾਮ। ਦੁਨਿਆਵੀ ਕੰਮ ਕਾਜ ਜਿਹੜੇ ਹਨ ਹੋਰ ਅਨੇਕ ਪ੍ਰਕਾਰ ਦੇ, ਬੇਸ਼ੱਕ ਇਹ ਸਭ ਕੁਛ ਜੀਵਤ ਕੋ ਵਿਵਹਾਰ ਹੈ, ਪਰ ਆਪਣੇ ਇਸ ਅਸਲ ਮਕਸਦ ਦੀ ਪੂਰਤੀ ਵਾਸਤੇ ਇਹਨਾਂ ਨੇ ਕਿਸੇ ਕੰਮ ਨਹੀਂ ਆਉਣਾ। ਹੋਰ ਅਨੇਕ ਪ੍ਰਕਾਰ ਦੇ ਕੰਮ ਜੋ ਤੀਰਥ ਯਾਤਰਾ, ਤਰ੍ਹਾਂ ਤਰ੍ਹਾਂ ਦੇ, ਕੋਈ ਤਪ ਇਤਿਆਦਿਕ, ਕੋਈ ਜਲ ਧਾਰੇ, ਕੋਈ ਧੂਣੀਆਂ, ਹੋਰ ਅਨੇਕ ਪ੍ਰਕਾਰ ਦੀਆਂ ਤਪੱਸਿਆਵਾਂ, ਕੋਈ ਵੇਦਾਂ ਸ਼ਾਸਤਰਾਂ ਦੀ, ਹੋਰ ਗ੍ਰੰਥਾਂ ਦੀ ਵਿਚਾਰ, ਇਹ ਵੀ ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਮਕਸਦ ਦੀ ਪੂਰਤੀ ਲਈ ਸਹਾਇਕ ਹੋਣ ਵਾਲੀਆਂ ਵਸਤਾਂ ਨਹੀਂ। ਫਿਰ ਕਿਵੇਂ ਪ੍ਰਾਪਤੀ ਹੋਵੇਗੀ? ਮਕਸਦ ਪੂਰਾ ਕਿਵੇਂ ਹੋਵੇਗਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਇਨਸਾਨ ਤੋਂ ਸਾਧ ਸੰਗਤ ਵਿੱਚ ਮਿਲਿਆ ਕਰ, ਗੁਰੂ ਪਿਆਰਿਆਂ ਦੀ ਸੰਗਤ ਕਰ, ਗੁਰੂ ਵਾਲਾ ਬਣ, ਗੁਰੂ ਕੇ ਲੜ ਲੱਗ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ, ਨਾਮ ਦਾ ਸਿਮਰਨ ਕਰ। ਨਾਮ ਜਪਿਓ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤ ਸੋ ਹੋਊ। ਜਦ ਉਸ ਵਾਹਿਗੁਰੂ ਦੇ ਨਾਮ ਸਿਮਰਨ ਦਾ ਅਭਿਆਸ ਕੀਤਾ ਜਾਵੇ ਤਾਂ ਉਹ ਚੇਤਨ ਰੂਪ ਵਾਹਿਗੁਰੂ ਜੋ ਚਿੱਤ ਵਿੱਚ ਵਸਦਾ ਤਾਂ ਹੈ ਪਰ ਗੁਪਤ ਹੈ, ਉਹ ਉਦੋਤ ਹੋ ਜਾਵੇਗਾ, ਭਾਵ ਪ੍ਰਗਟ ਹੋ ਜਾਵੇਗਾ, ਉਸ ਦੀ ਪ੍ਰਾਪਤੀ ਹੋਵੇਗੀ। ਪਰ ਇਹ ਸਭ ਕੁਝ ਆਪਾਂ ਤਾਂ ਹੀ ਕਰ ਸਕਾਂਗੇ ਨਾ ਜੇ ਸਾਨੂੰ ਇਹ ਗਿਆਨ ਹੋਵੇ, ਜੇ ਸੋਝੀ ਹੋਵੇ ਕਿ ਸਾਡਾ ਇਹ ਜੀਵਨ ਕਾਹਦੇ ਵਾਸਤੇ ਹੈ। ਸਾਡਾ ਤਾਂ ਢੰਗ ਤਰੀਕਾ ਆਪਣੀ ਜ਼ਿੰਦਗੀ ਜਿਉਣ ਦਾ ਇਹ ਬਣਿਆ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਾਣ ਪੀਣ ਵਿੱਚ, ਖੇਡਣ ਹੱਸਣ ਦੇ ਵਿੱਚ, ਸੌਣ ਦੇ ਵਿੱਚ, ਦੁਨੀਆ ਦੇ ਰਾਗ ਰੰਗ ਤਮਾਸ਼ੇ ਮਾਨਣ ਵਿੱਚ ਸਾਡੀ ਉਮਰ ਬਤੀਤ ਹੋ ਰਹੀ ਹੈ। ਅੰਤਮ ਸਮਾਂ ਕਿ ਇਸ ਦੁਨੀਆ ਤੋਂ ਚਲੇ ਜਾਣਾ ਹੈ, ਉਹ ਮਰਨਾ ਭੁੱਲਿਆ ਹੋਇਆ ਮੌਤ ਵਿਸਰੀ ਹੈ। ਵਾਹਿਗੁਰੂ ਨੂੰ ਭੁਲਾ ਛੱਡਿਆ ਤੇ ਆਪਣੇ ਜੀਵਨ ਨੂੰ ਖੁਆਰ ਕਰ ਲਿਆ ਹੈ। ਮਹਾਰਾਜ ਫਰਮਾਨ ਕਰਦੇ ਨੇ ਕਿ ਇਸ ਜੀਵਨ ਨੇ ਸਦਾ ਕਾਇਮ ਤਾਂ ਰਹਿਣਾ ਨਹੀਂ, ਪਰ ਵਾਹਿਗੁਰੂ ਨੂੰ ਭੁਲਾ ਕੇ ਇਹ ਜੀਵਨ ਲਾਹਨਤਾਂ ਯੋਗ ਜ਼ਰੂਰ ਬਣ ਗਿਆ। ਇਉਂ ਮਨੁੱਖ ਪਰਮਾਰਥ ਨੂੰ ਨਹੀਂ ਸਮਝਦਾ। ਉਹ ਪਰਮਾਰਥ ਦੇ ਗਿਆਨ ਦੀ ਸਤਿਗੁਰੂ ਜੀ ਇੱਥੇ ਗੱਲ ਕਰਦੇ ਨੇ, ਜਿਨ ਕਉ ਅੰਦਰ ਗਿਆਨ ਨਹੀਂ। ਜਿਨ੍ਹਾਂ ਨੂੰ ਪਰਮਾਰਥ ਦਾ ਗਿਆਨ ਨਹੀਂ, ਜਿਨ੍ਹਾਂ ਨੂੰ ਆਪਣੇ ਆਪੇ ਦੀ ਸੋਝੀ ਨਹੀਂ, ਜਿਨ੍ਹਾਂ ਨੂੰ ਉਸ ਪਰਮ ਪਿਤਾ ਦਾ ਗਿਆਨ ਪ੍ਰਾਪਤ ਨਹੀਂ ਹੋਇਆ, ਜਿਨ੍ਹਾਂ ਨੂੰ ਗੁਰੂ ਕੇ ਸ਼ਬਦ ਦਾ, ਗੁਰੂ ਕੇ ਉਪਦੇਸ਼ ਦਾ ਗਿਆਨ ਪ੍ਰਾਪਤ ਨਹੀਂ ਹੋਇਆ, ਅਤੇ ਫਿਰ ਭੈ ਕੀ ਨਾਹੀ ਬਿੰਦ, ਪਰਮਾਤਮਾ ਦੇ ਭੈ ਦੀ, ਵਾਹਿਗੁਰੂ ਦੇ ਸੱਚੇ ਸੁੱਚੇ ਖੌਫ ਦੀ ਬਿੰਦ ਮਾਤਰ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ। ਬਿੰਦ ਤੋਂ ਭਾਵ ਥੋੜੇ ਤੋਂ ਥੋੜਾ ਜਿਹਾ ਹਿੱਸਾ, ਰਤਾ ਮਾਤਰ ਵੀ ਜਿਨ੍ਹਾਂ ਨੂੰ ਪਰਮਾਤਮਾ ਦਾ ਡਰ ਨਹੀਂ। ਬਿੰਦ ਦਾ ਅਰਥ ਗਿਆਨ ਵੀ ਹੁੰਦਾ ਹੈ, ਜਾਣਨਾ ਵੀ ਹੁੰਦਾ ਹੈ। ਜਿਨ੍ਹਾਂ ਨੂੰ ਰੱਬੀ ਭੈ ਦੀ ਗਿਆਤ ਨਹੀਂ, ਵਾਹਿਗੁਰੂ ਦਾ ਖੌਫ ਨਹੀਂ। ਦੇਖੋ ਕੁੱਲ ਕਾਇਨਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੀ ਹੈ ਔਰ ਪਰਮਾਤਮਾ ਦੇ ਭੈ ਅਦਬ ਵਿੱਚ ਰਹਿੰਦੀ ਹੈ, ਪਰ ਇੱਕ ਮਨੁੱਖ ਐਸਾ ਹੈ ਜੋ ਉਸ ਵਾਹਿਗੁਰੂ ਦਾ ਸੱਚਾ ਸੁੱਚਾ ਖੌਫ ਭੁਲਾਈ ਬੈਠਾ ਹੈ। ਪਰਮਾਤਮਾ ਦਾ ਡਰ ਆਪਣੇ ਮਨ ਵਿੱਚ ਮਨੁੱਖ ਨੇ ਨਹੀਂ ਰੱਖਿਆ ਹੋਇਆ। ਹਜ਼ੂਰ ਦਾ ਇੱਕ ਬਚਨ ਹੈ ਗੁਰਬਾਣੀ ਵਿੱਚ ਕਿ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਵਾਹਿਗੁਰੂ ਨੂੰ ਨੇੜੇ ਕਰਕੇ ਬੁੱਝ ਲਵੇ, ਸਮਝ ਲਵੇ, ਜਾਣ ਲਵੇ ਕਿ ਵਾਹਿਗੁਰੂ ਅਤਿਅੰਤ ਨੇੜੇ ਹੈ, ਜਿਸ ਨੂੰ ਇਹ ਅਹਿਸਾਸ ਹੋਵੇ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਉਹ ਮਨੁੱਖ ਭਲਾ ਫਿਰ ਬੁਰਾ ਕਰਮ ਕਿਵੇਂ ਕਰੇਗਾ? ਕਿਵੇਂ ਕਿਸੇ ਦਾ ਹੱਕ ਦਬਾਵੇਗਾ? ਕਿਵੇਂ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰੇਗਾ? ਕੋਈ ਹੇਰਾ ਫੇਰੀ, ਕੋਈ ਵਲ ਛਾਲੇ, ਕੋਈ ਧੋਖਾ ਧੜੀ, ਕੋਈ ਬਲ ਪ੍ਰਯੋਗ, ਕੋਈ ਗਰੀਬ ਉੱਪਰ ਧੱਕਾ, ਜਿੰਨੇ ਵੀ ਬੁਰੇ ਕਰਮ ਨੇ ਕਿਵੇਂ ਕਰ ਸਕਦਾ ਉਹ ਮਨੁੱਖ
ਜਿਹੜਾ ਵਾਹਿਗੁਰੂ ਨੂੰ ਨੇੜੇ ਕਰਕੇ ਜਾਣੇ ਤੇ ਜਿਸ ਦੇ ਮਨ ਵਿੱਚ ਵਾਹਿਗੁਰੂ ਜੀ ਦਾ ਖੌਫ ਹੋਵੇ ਕਿ ਮੇਰੇ ਬੁਰੇ ਕਰਮਾਂ ਦਾ ਲੇਖਾ ਉਸ ਵਾਹਿਗੁਰੂ ਦੇ ਦਰ ਤੇ ਮੈਨੂੰ ਦੇਣਾ ਪੈਣਾ, ਉਹ ਬੁਰਾ ਕਰਮ ਨਹੀਂ ਕਰ ਸਕਦਾ। ਅਸੀਂ ਬੁਰਾ ਕਰਮ ਕਰਦੇ ਹੀ ਉਦੋਂ ਆ ਜਦੋਂ ਅਸੀਂ ਰੱਬ ਦਾ ਖੌਫ ਭੁੱਲ ਜਾਂਦੇ ਆ, ਅਸੀਂ ਰੱਬ ਨੂੰ ਦੂਰ ਸਮਝ ਛੱਡਿਆ ਹੈ। ਨਜ਼ਰ ਨਾ ਆਉਣ ਕਰਕੇ, ਪ੍ਰਤੱਖ ਦਿਖਾਈ ਨਾ ਦਿੰਦਾ ਹੋਣ ਕਰਕੇ ਅਸੀਂ ਸਮਝਦੇ ਹਾਂ ਕਿ ਉਹ ਪਤਾ ਨਹੀਂ ਕਿਹੜੇ ਕਿਸੇ ਵੱਖਰੇ ਦੇਸ਼ ਵਿੱਚ ਹੋਵੇਗਾ। ਇਸ ਪ੍ਰਕਾਰ ਭੈ ਕੀ ਨਾਹੀ ਬਿੰਦ, ਭੈ ਦਾ ਇੱਕ ਰਤੀ ਮਾਤਰ ਵੀ ਹਿੱਸਾ ਜਿਹੜਾ ਹੈ ਮਨੁੱਖ ਦੇ ਜਿਸ ਦੇ ਮਨ ਵਿੱਚ ਨਹੀਂ। ਨਾਨਕ ਮੋਇਆ ਕਾ ਕਿਆ ਮਾਰਣਾ, ਜੇ ਆਪ ਮਾਰੇ ਗੋਵਿੰਦ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਉਹ ਤਾਂ ਪਹਿਲਾਂ ਹੀ ਮੋਏ ਹੋਏ ਨੇ, ਉਹਨਾਂ ਮੋਇਆਂ ਦਾ ਹੋਰ ਕੀ ਮਾਰਨ ਹੈ ਜੇ ਆਪ ਮਾਰੇ ਗੋਵਿੰਦ। ਉਹਨਾਂ ਨੂੰ ਤਾਂ ਮਾਨੋ ਗੋਬਿੰਦ ਜੋ ਪ੍ਰਥਵੀ ਦਾ ਪਾਲਣਹਾਰ ਰੱਖਿਅਕ ਅਕਾਲ ਪੁਰਖ ਵਾਹਿਗੁਰੂ ਹੈ, ਉਹਨਾਂ ਨੂੰ ਤਾਂ ਆਤਮਿਕ ਮੌਤੇ ਉਸ ਪ੍ਰਮਾਤਮਾ ਨੇ ਆਪ ਹੀ ਮਾਰ ਛੱਡਿਆ ਹੋਇਆ। ਜਿਹੜੇ ਹੈ ਨਹੀਂ ਮਰੇ ਹੋਏ ਉਹਨਾਂ ਦਾ ਕੋਈ ਭਲਾ ਕੀ ਮਾਰੇਗਾ। ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਪੰਜ ਵਿਸ਼ੇਸ਼ਤਾਵਾਂ ਕਿਸੇ ਇੱਕ ਮਨੁੱਖ ਵਿੱਚ ਇਕੱਠੀਆਂ ਹੋਣੀਆਂ ਨਾਮੁਮਕਿਨ ਨੇ, ਬੜੀਆਂ ਮੁਸ਼ਕਲ ਨੇ। ਬੜਾ ਸੋਹਣਾ ਸਰੂਪ ਹੋਵੇ, ਨੈਣ ਨਕਸ਼ ਬੜੇ ਸੁੰਦਰ ਹੋਣ। ਦੂਸਰੀ ਗੱਲ ਕਿ ਕੁਲੀਨ ਉੱਚੀ ਕੁਲ ਵਾਲਾ, ਚੰਗੇ ਘਰਾਣੇ ਵਾਲਾ ਹੋਵੇ। ਤੀਸਰੀ ਗੱਲ ਕਿ ਵਿਹਾਰਾਂ ਦੀ ਸੂਝ-ਬੂਝ ਵਿੱਚ ਵੀ ਬੜਾ ਚਤਰ ਹੋਵੇ, ਬੜਾ ਸਮਝਦਾਰ ਹੋਵੇ। ਫਿਰ ਚੌਥੀ ਗੱਲ ਕਿ ਗਿਆਨ ਹਾਸਲ ਕੀਤਾ ਹੋਵੇ ਦੁਨਿਆਵੀ, ਤੇ ਮੂੰਹੋਂ ਵੀ ਗਿਆਨ ਦੀਆਂ ਗੱਲਾਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਦਾ ਹੁਨਰ ਰੱਖਦਾ ਹੋਵੇ। ਔਰ ਪੰਜਵੀਂ ਗੱਲ ਕਿ ਧਨਾੜ ਧਨਵਾਨ ਵੀ ਹੋਵੇ, ਅਮੀਰ ਵੀ ਹੋਵੇ। ਇਹ ਪੰਜ ਵਿਸ਼ੇਸ਼ਤਾਵਾਂ ਇਕੱਠੀਆਂ ਨਹੀਂ ਮਿਲਣਗੀਆਂ। ਪਰ ਮਹਾਰਾਜ ਕਹਿੰਦੇ ਇਹ ਪੰਜੇ ਦੀਆਂ ਪੰਜੇ ਵਿਸ਼ੇਸ਼ਤਾਵਾਂ ਵੀ ਜੇ ਕਿਸੇ ਮਨੁੱਖ ਦੇ ਕੋਲ ਹੋਣ, ਇਹ ਹੋਣ ਦੇ ਬਾਵਜੂਦ ਵੀ ਉਹ ਮਰਿਆ ਹੋਇਆ ਹੈ ਜੇਕਰ ਉਹਦੀ ਪ੍ਰੀਤੀ ਪ੍ਰਮਾਤਮਾ ਨਾਲ ਨਹੀਂ। ਜੇ ਵਾਹਿਗੁਰੂ ਨਾਲ ਪਿਆਰ ਨਹੀਂ ਜੁੜਿਆ, ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਤਾਂ ਉਹ ਇਹਨਾਂ ਵਿਸ਼ੇਸ਼ਤਾਵਾਂ ਦੇ ਹੁੰਦਿਆਂ ਵੀ ਮਰੇ ਪੁਰਸ਼ਾਂ ਦੀ ਨਿਆਈ ਹੈ। ਨਾਮਹੀਨ ਆਸ ਸਵਾਸ ਸਹਿਤ ਹੈ, ਜਿਹ ਬਿਦ ਭਸਰਾ ਫੂਕ ਬਹਿਤ ਹੈ। ਨਾਮ ਤੋਂ ਹੀਣਾ ਮਨੁੱਖ ਭਾਵੇਂ ਉਹਦੇ ਸਵਾਸ ਚੱਲਦੇ ਨੇ, ਪਰ ਸਵਾਸਾਂ ਦੇ ਚੱਲਦਿਆਂ ਹੋਇਆਂ ਵੀ ਉਹ ਇਉਂ ਮਰਿਆ ਹੋਇਆ ਹੈ ਜਿਵੇਂ ਕਹਿੰਦੇ ਇੱਕ ਭਸਰਾ ਭਾਵ ਇੱਕ ਜਿਹੜੀ ਨਾਲੀ ਹੁੰਦੀ ਹੈ ਉਹਦੇ ਵਿੱਚੋਂ ਹਵਾ ਚੱਲਦੀ ਹੈ। ਅੱਜ ਕੱਲ੍ਹ ਤਾਂ ਸਾਡੇ ਕੋਲ ਅੱਗ ਦੇ ਅਨੇਕਾਂ ਬਿਜਲਈ ਸਾਧਨ ਨੇ, ਗੈਸ ਦੀਆਂ ਭੱਠੀਆਂ ਨੇ। ਬਜ਼ੁਰਗ ਮਾਤਾਵਾਂ ਜਾਣਦੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਅੱਗ ਬਾਲਣ ਵਾਸਤੇ ਚੁੱਲ੍ਹੇ ਦੇ ਵਿੱਚ ਕਈ ਵਾਰ ਫੂਕ ਮਾਰਨੀ ਪੈਂਦੀ, ਤੇ ਫੂਕ ਮਾਰਨ ਵਾਸਤੇ ਲੋਹੇ ਦੀ ਇੱਕ ਨਾਲੀ ਰੱਖੀ ਹੁੰਦੀ ਹੈ। ਉਸ ਨਾਲੀ ਦੇ ਵਿੱਚੋਂ ਦੀ ਫੂਕ ਮਾਰੀ ਜਾਂਦੀ, ਜਿਸ ਨੂੰ ਧੌਂਕਣੀ ਵੀ ਕਿਹਾ ਜਾਂਦਾ ਹੈ, ਫੂਕਣੀ ਵੀ ਕਹਿ ਦਿੰਦੇ, ਉਸੇ ਨੂੰ ਭਸਰਾ ਕਿਹਾ ਜਾਂਦਾ ਹੈ। ਹੁਣ ਸਵਾਸਾਂ ਦਾ ਚੱਲਣਾ ਕੀ ਹੈ? ਹਵਾ ਦਾ ਸਰੀਰ ਦੇ ਅੰਦਰ ਆਉਣਾ ਤੇ ਬਾਹਰ ਜਾਣਾ। ਹਵਾ ਦਾ ਆਵਾਗਮਨ ਤਾਂ ਉਸ ਲੋਹੇ ਦੀ ਨਾਲੀ ਵਿੱਚੋਂ ਵੀ ਹੋ ਰਿਹਾ ਹੈ। ਇੱਕ ਪਾਸਿਓਂ ਫੂਕ ਵੱਜ ਰਹੀ ਹੈ, ਦੂਜੇ ਪਾਸਿਓਂ ਬਾਹਰ ਨਿਕਲ ਰਹੀ ਹੈ, ਪਰ ਉਹ ਉਸ ਹਵਾ ਦੇ ਚੱਲਦਿਆਂ ਹੋਇਆਂ ਵੀ ਕੋਈ ਜਿਉਂਦੀ ਵਸਤੂ ਤਾਂ ਨਹੀਂ। ਇਸੇ ਤਰ੍ਹਾਂ ਸਵਾਸ ਤਾਂ ਪਏ ਚੱਲਦੇ ਨੇ, ਨਾਸਕਾਂ ਰਾਹੀਂ ਹਵਾ ਸਾਡੇ ਅੰਦਰ ਵੀ ਜਾ ਰਹੀ ਹੈ, ਬਾਹਰ ਵੀ ਆ ਰਹੀ ਹੈ, ਪਰ ਜੇ ਅਕਾਲ ਪੁਰਖ ਦਾ ਨਾਮ ਨਹੀਂ ਜਪਿਆ ਤਾਂ ਸਵਾਸਾਂ ਦੇ ਚੱਲਦਿਆਂ ਵੀ ਇਹ ਸਰੀਰ ਮੁਰਦਾ ਹੈ। ਨਾਨਕ ਮੋਇਆ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਵਿੰਦ। ਜਿਨ੍ਹਾਂ ਅੰਦਰ ਆਪਣੇ ਅੰਤਰ ਆਤਮੇ ਦਾ ਗਿਆਨ ਨਹੀਂ, ਪਰਮਾਰਥ ਦੀ ਸੋਝੀ ਨਹੀਂ, ਤੇ ਵਾਹਿਗੁਰੂ ਦਾ ਭੈ ਨਹੀਂ ਹੈ, ਉਹ ਤਾਂ ਪ੍ਰਮਾਤਮਾ ਨੇ ਆਤਮਿਕ ਮੌਤੇ ਮਾਰੇ ਹੋਏ ਨੇ, ਮਰੇ ਹੋਏ ਨੇ ਉਹ ਜੀਵ। ਉਹਨਾਂ ਮਰਿਆਂ ਨੂੰ ਹੋਰ ਕਿਸੇ ਨੇ ਭਲਾ ਕੀ ਮਾਰਨਾ ਹੈ, ਇਉਂ ਪਹਿਲਾਂ ਹੀ ਆਤਮਿਕ ਤੌਰ ਤੇ ਮਰੇ ਹੋਏ ਹਨ। ਮਹੱਲਾ ਤੀਜਾ। ਅੱਗੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰੂ ਗਰੀਬ ਨਿਵਾਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਏਮਾਨ ਹਨ।
ਮਤਾਂ ਮਤਾਂਤਰਾਂ ਦੇ ਧਾਰਨੀ ਅਨੇਕਾਂ, ਕੋਈ ਲੋਕ, ਕੋਈ ਪੰਡਤ, ਕੋਈ ਜੋਗੀ, ਕੋਈ ਸਿੱਧ, ਕੋਈ ਸੰਨਿਆਸੀ, ਕੋਈ ਹੋਰ ਇਉਂ ਭੇਖਾਂ ਦੇ ਲੋਕ, ਸਾਧੂ ਜਨ, ਉਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਕੁਝ ਵਿਚਾਰ ਚਰਚਾ ਵੀ ਕਰਦੇ ਨੇ। ਜੋਤਸ਼ੀ ਪੰਡਤ ਆਇਆ ਸਤਿਗੁਰਾਂ ਦੇ ਕੋਲ ਔਰ ਕਹਿੰਦਾ ਕਿ ਮਹਾਰਾਜ, ਜਿੱਥੇ ਆਪ ਜੀ ਸਿੱਖਾਂ ਨੂੰ ਹੋਰ ਗਿਆਨ ਬਖਸ਼ਦੇ ਹੋ, ਆ ਜਰਾ ਜੋਤਿਸ਼ ਵਿਦਿਆ ਦਾ ਗਿਆਨ ਵੀ ਦੇ ਦਿਆ ਕਰੋ, ਪੱਤਰੀ ਪੜ੍ਹ ਲਿਆ ਕਰਨ, ਔਰ ਇਉਂ ਗ੍ਰਹਿਆਂ ਨਛੱਤਰਾਂ ਔਰ ਇਸੇ ਪ੍ਰਕਾਰ ਹੋਰ ਇਹਨਾਂ ਦੀ ਸਥਿਤੀ ਦਾ ਪਤਾ ਲਾ ਕੇ ਮੰਦੇ ਚੰਗੇ ਪ੍ਰਭਾਵ ਨੂੰ ਸਮਝ ਲਿਆ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਵਹਿਮਾਂ ਭਰਮਾਂ ਨੂੰ ਖੰਡਨ ਕਰਨ ਵਾਲਾ ਬਖਸ਼ਿਸ਼ ਕਰਦੇ ਨੇ। ਮਨ ਕੀ ਪੱਤਰੀ ਵਾਚਣੀ, ਸੁਖੀ ਹੋ ਸੁਖ ਸਾਰ। ਐ ਬ੍ਰਾਹਮਣ, ਜਿਵੇਂ ਲੋਕਾਂ ਨੂੰ ਥਿੱਤਾਂ ਇਤਿਆਦਿਕ ਦੱਸਣ ਵਾਸਤੇ, ਕੋਈ ਲਗਨ ਕੋਈ ਸ਼ਗਨ ਦੱਸਣ ਦੇ ਵਾਸਤੇ ਤੂੰ ਆਪਣੀ ਪੱਤਰੀ ਖੋਲ ਕੇ ਵਾਚਦਾ ਹੈ ਤੇ ਉਹਦੇ ਵਿੱਚੋਂ ਆਪਣੀ ਵਿਦਿਆ ਦੇ ਮੁਤਾਬਕ ਇਹ ਸਮਝਣ ਦਾ ਯਤਨ ਕਰਦਾ ਹੈ ਕਿ ਕਿਹੜਾ ਲਗਨ ਚੰਗਾ ਹੈ, ਕਿਹੜਾ ਲਗਨ ਮਾੜਾ ਹੈ, ਕਿਸ ਗ੍ਰਹਿ ਦਾ ਕਿਸ ਵਕਤ ਚੰਗਾ ਤੇ ਕਿਸ ਵਕਤ ਮੰਦਾ ਪ੍ਰਭਾਵ ਹੈ, ਇਹ ਸਮਝਣਾ ਚਾਹੁੰਦਾ ਹੈ ਨਾ ਭਾਈ। ਇਸ ਸਭ ਕਾਸੇ ਨੂੰ ਛੱਡ ਕੇ ਇਹ ਕਰਮ ਕਰਕੇ ਮਨ ਕੀ ਪੱਤਰੀ ਵਾਚਣੀ, ਆਪਣੇ ਅੰਤਰ ਆਤਮੇ ਦੀ, ਆਪਣੇ ਮਨ ਦੀ ਪੱਤਰੀ ਨੂੰ ਵਾਚਣਾ ਕਰ। ਆਪਣੇ ਮਨ ਨੂੰ ਵੇਖ ਕੇ ਮਨ ਅੰਦਰ ਕਿੰਨੇ ਕੁ ਚੰਗੇ ਗੁਣ ਮੌਜੂਦ ਨੇ ਜਾਂ ਕਿੰਨੇ ਕੁ ਔਗਣਾਂ ਦੇ ਨਾਲ ਇਹ ਮਨ ਭਰਿਆ ਹੋਇਆ ਹੈ। ਜਿੱਥੇ ਆਪਣੀ ਸਮਝ ਮੁਤਾਬਕ ਕੋਈ ਜੋਤਿਸ਼ ਵਿਦਿਆ ਦਾ ਮਾਹਿਰ ਪੰਡਤ ਕਿਸੇ ਗ੍ਰਹਿ ਲਗਨ ਇਤਿਆਦਿਕ ਦਾ ਮਾੜਾ ਪ੍ਰਭਾਵ ਦੇਖਦਾ ਹੈ, ਉੱਥੇ ਉਸ ਦਾ ਉਪਾਅ ਕਰਨ ਦਾ ਵੀ ਆਪਣੀ ਸਮਝ ਮੁਤਾਬਕ ਯਤਨ ਕਰਦਾ ਹੈ। ਪਰ ਮਹਾਰਾਜ ਕਹਿੰਦੇ ਇਉਂ ਤਾਂ ਕੁਝ ਨਹੀਂ ਬਣਨਾ ਭਾਈ। ਮਨ ਦੀ ਪੱਤਰੀ ਵਾਚਣਾ ਕਰ, ਮਨ ਨੂੰ ਖੋਜ ਤੇ ਆਪਣੇ ਮਨ ਦੇ ਅੰਦਰ ਜਿਹੜੇ ਔਗਣ ਨੇ, ਜਿਹੜੇ ਵਿਕਾਰ ਹਨ, ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰ, ਉਪਾਅ ਉਹਨਾਂ ਦਾ ਕਰ। ਉਹ ਤੂੰ ਯਤਨ ਕਰੇ ਜੇ ਆਪਣੇ ਮਨ ਨੂੰ ਖੋਜੇ। ਇਸ ਮਨ ਕੋ ਕੋਈ ਖੋਜ ਹੋ ਭਾਈ, ਮਨ ਖੋਜਤ ਨਾਮ ਨਵੈ ਨਦ ਪਾਈ। ਮਨ ਦੀ ਖੋਜ ਕਰ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਮਨ ਦੇ ਹਾਲਾਤ ਵਾਚਣਾ ਕਰ। ਮੇਰਾ ਮਨ ਇਸ ਵੇਲੇ ਜੋ ਸੰਕਲਪ ਕਰ ਰਿਹਾ, ਜੋ ਫੁਰਨਾ ਉਠਾ ਰਿਹਾ ਹੈ, ਕਿ ਉਹ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਸਹੀ ਹੈ ਜਾਂ ਗਲਤ ਹੈ। ਇਉਂ ਚੰਗੀ ਮੰਦੀ ਵਿਚਾਰ ਨੂੰ ਸਮਝਣਾ ਕਰ। ਚੰਗੀ ਵਿਚਾਰ ਦਾ ਧਾਰਨੀ ਬਣ, ਮੰਦੀ ਨੂੰ ਤਿਆਗਣਾ ਕਰ। ਗੁਰੂ ਕੇ ਓਟ ਆਸਰੇ ਸਦਕਾ ਸ਼ੁਭ ਗੁਣਾਂ ਨੂੰ ਧਾਰਨ ਕਰ, ਔਗੁਣਾਂ ਨੂੰ ਆਪਣੇ ਹਿਰਦੇ ਵਿੱਚੋਂ ਕੱਢ। ਇਉਂ ਮਨ ਰੂਪੀ ਪੱਤਰੀ ਨੂੰ ਚੰਗੀ ਤਰ੍ਹਾਂ ਪਰਚੋਲਣਾ ਕਰ। ਜਿਹੜਾ ਇਹ ਮਨ ਦੀ ਪੱਤਰੀ ਨੂੰ ਵਾਚਣਾ ਹੈ ਨਾ, ਸੁਖੀ ਹੂੰ ਸੁਖ ਸਾਰ, ਇਹ ਸਾਰੇ ਸੁਖਾਂ ਦੇ ਵਿੱਚੋਂ ਸ੍ਰੇਸ਼ਟ ਸੁਖ ਦੇਣ ਵਾਲਾ ਕਰਮ ਹੈ। ਇਹਦੇ ਵਿੱਚੋਂ ਆਤਮਿਕ ਸੁਖਾਂ ਦੀ ਪ੍ਰਾਪਤੀ ਹੋਵੇਗੀ, ਇਹਦੇ ਨਾਲ ਹੀ ਦੁੱਖਾਂ ਦਾ ਖਾਤਮਾ ਹੋਵੇਗਾ। ਕਿਉਂਕਿ ਜਿਹੜੇ ਕੋਈ ਵਹਿਮਾਂ ਭਰਮਾਂ ਦੇ ਮਾਰੇ ਹੋਏ ਲੋਕ ਪੰਡਤਾਂ ਕੋਲੋਂ ਜੋਤਿਸ਼ ਵਿਦਿਆ ਦੇ ਅਨੁਸਾਰ ਪੱਤਰੀ ਖਿਲਾਉਣ ਜਾਂਦੇ ਨੇ, ਉਹਨਾਂ ਦੀ ਸਮਝ, ਉਹਨਾਂ ਦੀ ਸੋਚ ਇਹੋ ਹੁੰਦੀ ਹੈ ਨਾ ਕਿ ਜੋ ਕੋਈ ਦੁੱਖ ਮੁਸੀਬਤ ਸਾਡੇ ਤੇ ਆਈ ਹੈ, ਇਹ ਟਲ ਜਾਵੇ, ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇ। ਭਾਈ ਇਹਨਾਂ ਵਹਿਮਾਂ ਭਰਮਾਂ ਨੂੰ ਛੱਡ। ਜੇ ਸੱਚਾ ਸੁੱਖ ਮੰਨਣਾ ਚਾਹੁੰਦਾ ਹੈ ਤਾਂ ਸ੍ਰੇਸ਼ਟ ਸੁੱਖ ਸਾਰੇ ਸੁੱਖਾਂ ਦੇ ਵਿੱਚੋਂ ਇਹੀ ਹੈ ਕਿ ਆਪਣੇ ਮਨ ਦੀ ਪੜਚੋਲ ਕਰੇ ਤੇ ਮਨ ਵਿੱਚੋਂ ਆਪਣੇ ਔਗਣਾਂ ਤੇ ਵਿਕਾਰਾਂ ਨੂੰ ਦੂਰ ਕਰਨਾ ਕਰ। ਸੋ ਬ੍ਰਾਹਮਣ ਭਲਾ ਆਖੀਐ, ਜੇ ਬੂਝੈ ਬ੍ਰਹਮ ਵਿਚਾਰ। ਹਜ਼ੂਰ ਫਰਮਾਉਂਦੇ ਨੇ ਕਿ ਉਹ ਜਿਹੜਾ ਬ੍ਰਾਹਮਣ ਭਾਵ ਬ੍ਰਹਮ ਗਿਆਨੀ ਕਹਿ ਲਈਏ, ਬ੍ਰਹਮ ਦੀ ਵਿਚਾਰ ਕਰਨ ਵਾਲਾ, ਗੁਰਸਿੱਖ ਪਿਆਰਾ ਕਹਿ ਲਈਏ, ਸੋ ਬ੍ਰਾਹਮਣ ਭਲਾ ਆਖੀਐ। ਉਹ ਜਿਹੜਾ ਬ੍ਰਾਹਮਣ ਹੈ ਉਹ ਭਲਾ ਕਿਹਾ ਜਾਂਦਾ ਹੈ, ਉਸੇ ਨੂੰ ਸਭ ਨਾਲੋਂ ਉੱਤਮ ਕਹੀਏ ਜੇ ਬੂਝੈ ਬ੍ਰਹਮ ਵਿਚਾਰ, ਜੋ ਬ੍ਰਹਮ ਦੀ ਵਿਚਾਰ ਨੂੰ ਬੁੱਝਣਾ ਕਰੇ। ਬ੍ਰਹਮ ਦਾ ਅਰਥ ਹੈ ਵਿਆਪਕ ਰੂਪ। ਉਹ ਪਰਮਾਤਮਾ ਜੋ ਸਰਬ ਵਿਆਪਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਨੂੰ ਜੋ ਸਮਝੇ ਤੇ ਹਿਰਦੇ ਵਿੱਚ ਧਾਰਨ ਕਰੇ, ਉਹ ਹੈ ਅਸਲੀ ਬ੍ਰਾਹਮਣ ਤੇ ਉਹ ਹੈ ਸਭ ਨਾਲੋਂ ਭਲਾ, ਸਭ ਨਾਲੋਂ ਚੰਗਾ।
सो ब्राह्मण जे बिंदै ब्रह्म, जप तप संजम कमावै कर्म, सील संतोख का रखै धर्म, बंधन तोड़ै होवै मुक्त, सोई ब्राह्मण पूजन जुगत। गुरबाणी अनुसार कोई जात करके ब्राह्मण नहीं। महाराज फरमान करते ने असली ब्राह्मण भाव ब्रह्म ज्ञानी तो वह है जे बिंदै ब्रह्म, जो ब्रह्म नूं जान लवे। जप तप संजम कमावै कर्म, जप करे अकाल पुरख वाहिगुरु दे नाम दा, तप करे गुर सेवा तपां सिर तपसार। गुरु की सेवा तपां विचों श्रोमणी तप है, ऐसी सेवा रूपी तपस्या करे। संजम रखे बहुता सौण वल्लों, बहुता खाण वल्लों, बहुता बोलण वल्लों, औगुणा वल्लों, विकारां वल्लों। और इसे प्रकार संजम दा अखर भाव सामदम भी है। मन विषयन ते रोकनो समतह कहत सुधीर, इंद्र गण को रोकनो दम भाखत बुद्ध वीर। अपने मन नूं माड़े और चंगे हर प्रकार दे संकल्पां वल्लों रोक के रखना ते वाहिगुरु दे सिमरन विच जोड़ना, इस नूं सम किया जांदा है। अपने इंद्रियां नूं माड़े कर्मां तो माड़ी हरकत तो रोक के रखना, इस नूं दम किया जांदा है। इउं सम दम इत्यादिक करे, संजम रखे, ये उत्तम कर्म कमाउणा करे। सील संतोख का रखै धर्म, सील सुभाव शांत सुभाव रखना करे, संतोखी होवे, ऐसे धर्म का धारणी बने। बंधन तोड़ै होवै मुक्त, जो करता भुगता हंगता ममता दे बंधन पए हुए ने मन नूं, इन्हां बंधनां नूं तोड़े, हंगता ममता नूं त्यागे, करता भुगता वाहिगुरु नूं जाणे। इउं जेड़ा गुरु की कृपा नाल इन्हां बंधनां तो मुक्त हो जावे, ब्रह्म दी विचार हिरदे विच करे, सोई ब्राह्मण, वो है असली ब्राह्मण। ते जेड़ा ऐसा ब्राह्मण है पूजन जुगत, वो पूजन दे जोग है। भगत कबीर जी भी फरमान करते ने, कहो कबीर जो ब्रह्म विचारै, सो ब्राह्मण कहियत है हमारै। तीसरे पातशाह जी का ही सोरठ राग दी वार दे विच बचन है, ब्रह्म बिंदै तिसदा ब्रह्मत रहै, एक शब्द लिवलाए, नव निधि 18 सिद्धि पिछै लगिया फिर है, जो हर हिरदय सदा वसाए। जो ब्रह्म दी विचार हिरदे विच करे, ब्रह्म परमात्मा नूं जाणे, उसदा ब्रह्मत भाव ब्राह्मणपुणा असल विच कायम रहिंदा है। ते ਇਹ ਬਖਸ਼ਿਸ਼ ਉਹਨੂੰ ਹੁੰਦੀ ਹੈ ਜੋ ਇੱਕ ਵਾਹਿਗੁਰੂ ਦੇ ਨਾਮ ਨਾਲ, ਇੱਕ ਗੁਰੂ ਕੇ ਸ਼ਬਦ ਨਾਲ ਆਪਣੀ ਲਿਵ ਜੋੜਦਾ ਹੈ। ਜਿਹੜਾ ਐਸਾ ਅਸਲੀ ਬ੍ਰਾਹਮਣ ਹੈ, 9 ਨਦੀਆਂ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਜੋ ਵਾਹਿਗੁਰੂ ਨੂੰ ਸਦਾ ਆਪਣੇ ਹਿਰਦੇ ਵਿੱਚ ਯਾਦ ਰੂਪ ਵਿੱਚ, ਸਿਮਰਨ ਰੂਪ ਵਿੱਚ ਵਸਾਉਂਦਾ ਹੈ। ਸੋ ਬ੍ਰਾਹਮਣ ਭਲਾ ਆਖੀਐ, ਜੇ ਬੂਝੈ ਬ੍ਰਹਮ ਵਿਚਾਰ। ऐसा ਜਿਹੜਾ असली ब्राह्मण है वो भला किया जाता है, सब नालों उत्तम श्रेष्ठ किया जाता है, जो उस अकाल पुरख दी गुरु के शब्द दे राही विचार करे। हर सा लाहे हर पढ़ै, गुर कै शब्द विचार। गुरु के शब्द दी विचार करके, गुरु के उपदेश नूं अपने हिरदे अंदर धारण करके, हर सा लाहे, हर जो सारियां नूं हरे भरे करन वाला हरि अकाल पुरख वाहिगुरु है, उस परमात्मा नूं सलाहे भाव उस दी सिफत सलाह विच जुड़िया रहे। हर पढ़ै, जिहड़ी पढ़ाई भी पढ़नी है वो अकाल पुरख वाहिगुरु दे नाम दी ही पढ़े। परमात्मा दे नाम नूं जपना करे, नाम दी पढ़ाई पढ़े, नाम ही होरना नूं पढ़ावे, वाहिगुरु दे नाम दी सिफत सलाह करे, गुरु के शब्द दी विचार करे, ओह ब्राह्मण सब नालों उत्तम है। आया ओह परवान है, जे कुल का करे उधार। महाराज कहते ने कि जेड़ा ऐसा असली ब्राह्मण भाव ब्रह्म बेता है ना, ਉਹ ਤਾਂ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਹੈ। ਆਪ ਤਾਂ ਤਰਦਾ ਹੀ ਤਰਦਾ ਹੈ, ਆਪ ਤਰੇ ਤਾਰੇਨ ਸਾਰੇਠਾ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਨਾਮ ਸਿਮਰਨ ਕਰਨ ਵਾਲੇ ਜੋ ਬ੍ਰਹਮ ਬੇਤੇ ਨੇ, ਤਰੇ ਆਪ ਤਰ ਗਏ ਸੰਸਾਰ ਤੋਂ। ਕੁਟੰਬ ਉਹਨਾਂ ਦਾ ਕੁਟੰਬ ਕਬੀਲਾ ਪਰਿਵਾਰ ਵੀ ਤਰ ਗਿਆ।
ਸੰਗ ਲੋਕ ਸੰਗੀ ਲੋਕ ਜਿਹੜੇ ਸੰਗਤ ਕਰਨ ਵਾਲੇ ਸਨ ਉਹ ਵੀ ਤਰ ਗਏ। ਕੁਲ ਸਬਾਇਆ ਸਾਰੀਆਂ ਕੁਲਾਂ ਹੀ ਉਹਨਾਂ ਦੀਆਂ ਤਰ ਗਈਆਂ। ਜਿਨੇ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆਪ ਤਾਂ ਉਹਨਾਂ ਦੇ ਮੁਖ ਉਜਲੇ ਹੈਨ ਲੋਕ ਪਰਲੋਕ ਵਿੱਚ, ਹੋਰ ਵੀ ਕਿੰਨੀ ਸ੍ਰਿਸ਼ਟੀ ਉਹਨਾਂ ਦਾ ਆਸਰਾ ਲੈ ਕੇ ਤਰ ਜਾਂਦੀ ਹੈ, ਛੁੱਟ ਜਾਂਦੀ ਹੈ ਜਮ ਮਾਰਗ ਤੋਂ। ਜੋ ਮਨ ਚਿਤ ਇੱਕ ਆਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਇਉਂ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ। ਜਿਹੜੇ ਵਾਹਿਗੁਰੂ ਦੀ ਐਸੀ ਬਖਸ਼ਿਸ਼ ਦੇ ਪਾਤਰ ਬਣ ਗਏ, ਆਇਆ ਉਹ ਪ੍ਰਵਾਨ ਹੈ। ਉਹ ਗੁਰਮੁਖ ਪਿਆਰਾ ਇਸ ਸੰਸਾਰ ਤੇ ਜਨਮ ਧਾਰ ਕੇ ਆਇਆ ਪ੍ਰਵਾਨ ਹੈ, ਸਫਲਾ ਹੈ, ਉਹਦਾ ਆਉਣਾ ਪ੍ਰਮਾਣੀਕ ਹੈ। ਬਾਕੀ ਤਾਂ ਆਮਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ। ਐਵੇਂ ਆਉਣ ਮਾਤਰ ਨੂੰ ਦੁਨੀਆ ਦੇ ਵਿੱਚ ਆ ਗਏ, ਜੀਵਨ ਦੇ ਵਿੱਚ ਖੱਟੀ ਤਾਂ ਕੋਈ ਖੱਟੀ ਨਹੀਂ। ਆਇਆ ਗਿਆ ਮੋਇਆ ਨਾਉ, ਆਇਆ ਜਨਮ ਲੈ ਕੇ ਜੀਵ ਮਰ ਕੇ ਚਲਾ ਗਿਆ, ਪ੍ਰਮਾਤਮਾ ਦੇ ਨਾਮ ਵੱਲੋਂ ਮਰਿਆ ਹੀ ਰਿਹਾ। ਇਉਂ ਆਪਣੇ ਜੀਵਨ ਨੂੰ ਬਿਨ ਨਾਵੈ ਜੀਵਨ ਬਿਰਥਾ ਵਿਅਰਥ ਗਵਾ ਕੇ ਜੀਵ ਚਲਿਆ ਜਾਂਦਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵੈ ਰੰਗੇ। ਸੋ ਮਹਾਰਾਜ ਫਰਮਾਨ ਕਰਦੇ ਨੇ, ਉਹਨਾਂ ਦਾ ਆਉਣਾ ਸਫਲ ਹੈ ਜਿਨ੍ਹਾਂ ਦੀ ਰਸਨਾ ਵਾਹਿਗੁਰੂ ਦਾ ਜਸ ਉਚਾਰਨ ਕਰਦੀ ਹੈ, ਵਾਹਿਗੁਰੂ ਦਾ ਨਾਮ ਜਪਦੀ ਹੈ। ਜੋ ਸਾਧ ਸੰਗਤ ਵਿੱਚ ਆ ਕੇ ਵਸਦੇ ਨੇ, ਜੋ ਇੱਕ ਰਸ ਪ੍ਰੇਮ ਦੇ ਨਾਲ ਆਨੰਦ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਵਾਹਿਗੁਰੂ ਨੂੰ ਜਪਦੇ ਨੇ। ਤੇ ਹਜੂਰ ਫਰਮਾਨ ਕਰਦੇ ਨੇ, ਆਵਤ ਸੋ ਜਨ ਨਾਮਹਿ ਰਾਤਾ, ਜਾ ਕਉ ਦਇਆ ਮਾਇਆ ਵਿਧਾਤਾ। ਏਕ ਹੈ ਆਮਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਇਉਂ ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ। ਉਸ ਗੁਰਮੁਖ ਦਾ ਆਉਣਾ ਪ੍ਰਵਾਨ ਹੈ ਜੋ ਇਉਂ ਭਗਤੀ ਭਾਵ ਦੇ ਮਾਰਗ ਤੇ ਚੱਲਦਿਆਂ ਆਪ ਤਾਂ ਤਰਦਾ ਹੀ ਹੈ ਤੇ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਹੈ। ਅੱਗੇ ਜਾਤ ਨਾ ਪੁੱਛੀਐ, ਕਰਨੀ ਸ਼ਬਦ ਹੈ ਸਾਰ। ਅੱਗੇ ਉਸ ਵਾਹਿਗੁਰੂ ਦੇ ਦਰ ਤੇ, ਉਸ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਕਿਸੇ ਦੀ ਸਰੀਰਕ ਜਾਤ ਨਹੀਂ ਪੁੱਛੀ ਜਾਂਦੀ। ਕੋਈ ਬ੍ਰਾਹਮਣ ਹੈ, ਕੋਈ ਖੱਤਰੀ ਹੈ, ਕੋਈ ਵੈਸ਼ ਹੈ, ਕੋਈ ਸ਼ੂਦਰ ਹੈ। ਬ੍ਰਾਹਮਣ ਹੈ ਤਾਂ ਬ੍ਰਾਹਮਣ ਕਿਹੜੀ ਜਾਤਰੀ ਦਾ ਹੈ, ਖੱਤਰੀ ਹੈ ਤਾਂ ਖੱਤਰੀ ਕਿਹੜੀ ਜਾਤ ਦਾ ਹੈ, ਵੈਸ਼ ਜਾਂ ਸ਼ੂਦਰ ਕਿਹੜੀ ਜਾਤ ਦਾ ਹੈ, ਇਹ ਵਿਤਕਰਾ ਉੱਥੇ ਨਹੀਂ ਕੀਤਾ ਜਾਂਦਾ। ਵਾਹਿਗੁਰੂ ਦੇ ਦਰ ਤੇ ਇਹ ਜਾਤ ਨਹੀਂ ਪੁੱਛੀ ਜਾਂਦੀ। ਉੱਥੇ ਤਾਂ ਜਿਹੜੀ ਸ੍ਰੇਸ਼ਟ ਕਰਨੀ ਹੈ ਨਾ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲੀ, ਉਹੀ ਸਭ ਨਾਲੋਂ ਉੱਤਮ ਹੈ। ਉਸੇ ਦਾ ਹੀ ਮੁੱਲ ਪੈਂਦਾ, ਉਸੇ ਦੀ ਕੀਮਤ ਪੈਂਦੀ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਭਾਈ ਪ੍ਰਮਾਤਮਾ ਦੀ ਜੋਤ ਤੱਕਣਾ ਕਰੋ ਸਾਰਿਆਂ ਦੇ ਵਿੱਚ, ਜਾਤ ਨਾ ਵੇਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਿੱਚੋਂ ਇਹ ਊਚ ਨੀਚ ਦੇ ਭਿੰਨ ਭੇਦ ਮਿਟਾਏ। ਇਹ ਜਾਤਾਂ ਦਾ ਫਰਕ, ਇਹ ਵਿਤਕਰਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਦੂਰ ਕੀਤਾ। ਸਮਾਜਿਕ ਬਰਾਬਰੀ ਦਾ ਅਹਿਸਾਸ ਮਹਾਰਾਜ ਨੇ ਦੁਨੀਆ ਵਿੱਚ ਪੈਦਾ ਕੀਤਾ ਹੈ ਨਾ। ਬੇਸ਼ੱਕ ਲੰਗਰ ਪੰਗਤ ਦੀ ਪਰੰਪਰਾ ਗੁਰੂ ਘਰ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਹੀ, ਸ੍ਰੀ ਕਰਤਾਰਪੁਰ ਸਾਹਿਬ ਤੋਂ ਆਰੰਭ ਹੋਈ। ਖਡੂਰ ਸਾਹਿਬ ਵਿਖੇ ਦੂਸਰੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਵੀ ਅਟੁੱਟ ਲੰਗਰ ਚੱਲਦੇ ਰਹੇ। ਪਰ ਤੀਸਰੇ ਪਾਤਸ਼ਾਹ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋ ਪਹਿਲਾ ਪੰਗਤ ਪਾਤਸ਼ਾਹ ਸੰਗਤ ਦੀ ਪ੍ਰਥਾ ਆਰੰਭ ਕੀਤੀ, ਇਹ ਇਸ ਜਾਤ ਪਾਤ ਊਚ ਨੀਚ ਦੇ ਭਿੰਨ ਭੇਦ ਨੂੰ ਮਿਟਾਉਣ ਵਾਸਤੇ ਸੀ। ਚਾਹੇ ਕੋਈ ਬ੍ਰਾਹਮਣ ਹੈ ਤੇ ਚਾਹੇ ਕੋਈ ਸ਼ੂਦਰ ਹੈ, ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਗੇ। ਜੋ ਉੱਚ ਜਾਤੀ ਵਾਲਾ ਆਪਣੇ ਮਨ ਵਿੱਚ ਆਪਣੀ ਉੱਚ ਜਾਤੀ ਦਾ ਹੰਕਾਰ ਰੱਖੀ ਬੈਠਾ ਹੈ, ਇਸ ਪਰੰਪਰਾ ਦੇ ਨਾਲ ਉਸ ਹੰਕਾਰ ਨੂੰ ਠੇਸ ਵੱਜਦੀ ਹੈ, ਹੰਕਾਰ ਦੂਰ ਹੁੰਦਾ ਹੈ। ਜੋ ਅਖੌਤੀ ਨੀਵੀਂ ਜਾਤੀਆਂ ਵਾਲੇ ਆਪਣੀ ਨੀਚ ਜਾਤ ਦੀ ਹੀਣ ਭਾਵਨਾ ਆਪਣੇ ਮਨ ਵਿੱਚ ਰੱਖੀ ਬੈਠੇ ਨੇ, ਉਹਨਾਂ ਦੇ ਮਨਾਂ ਵਿੱਚੋਂ ਸਤਿਗੁਰਾਂ ਨੇ ਉਹ ਹੀਣ ਭਾਵਨਾ ਦੂਰ ਕੀਤੀ ਹੈ। ਇਉਂ ਸਮਾਜਿਕ ਬਰਾਬਰੀ ਦਾ ਅਹਿਸਾਸ ਲੋਕ ਮਨਾਂ ਅੰਦਰ ਪੈਦਾ ਕੀਤਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਆਪਾਂ ਫੇਰ ਉਹਨਾਂ ਜਾਤਾਂ ਪਾਤਾਂ ਦੇ ਚੱਕਰਾਂ ਵਿੱਚ ਫਸੇ ਹਾਂ। ਅੱਜ ਫੇਰ ਸਾਡੇ ਵਿੱਚ ਉਹ ਵਿਤਕਰਾ ਦਿਖਾਈ ਦਿੰਦਾ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਗੁਰ ਉਪਦੇਸ਼ ਦੀ, ਗੁਰ ਸਿਧਾਂਤ ਦੀ ਸੋਝੀ ਆਵੇ। ਅੱਗੇ ਜਾਤ ਨਾ ਪੁੱਛੀ ਹੈ। ਵਾਹਿਗੁਰੂ ਦੇ ਦਰ ਤੇ ਅੱਗੇ ਜਾਤ ਨਹੀਂ ਪੁੱਛੀ ਜਾਂਦੀ ਕਿ ਤੇਰੀ ਜਾਤ ਕਿਹੜੀ ਹੈ। ਜਾਤ ਆਧਾਰਿਤ ਵਿਤਕਰਾ ਉੱਥੇ ਨਹੀਂ ਕੀਤਾ ਜਾਂਦਾ।
करणी शब्द है सार, जो श्रेष्ठ करनी करनी है, जो उत्तम करनी करनी है, गुरु के शब्द की कमाई करनी है, इस दी ही उथे सार पैंदी है, इसे दी कीमत पैंदी है। होर कूड़ पढ़ना कूड़ कमावना, बिखिया नाल प्यार। वाहिगुरु दे नाम सिमरन तो बिना होर दुनिया दियां अनेक प्रकार दियां पढ़ाइयां दा जिहड़ा पढ़ना है ना, महाराज फरमान करदे ये कूड़ ही है, ये झूठा ही है। पढ़िया मूर्ख आखिए जिस लभ लोभ अहंकारा, जिस दे हिरदे विच पदार्थां दे खाण दा लभ ते जोड़न दा लोभ है, हंकार है कि मैं पढ़िया होया हाँ, मैं विद्वान हाँ, मेरे वर्गी विद्या होर किसे कोल नहीं, मैं बहस करनी बड़ी जानदा। महाराज कहंदे ऐसा पढ़िया होया जिहड़ा है ना, ओनू आपां मूर्ख ही कहांगे। पढ़ पढ़ गड्डी लद्दी है, पढ़ पढ़ भरिया साथ, पढ़ पढ़ बेड़ी पाई है, पढ़ पढ़ गड्डिया है खात। पढ़िया जेते बरस बरस पढ़िया, जेते मास पढ़िया, जेती यारजा पढ़िया, जेते सास। नानक लेखै एक गल, होर हौमै चखना झाख। पढ़ते रहिए सारी जिंदगी, पढ़ लईए सारियां किताबां, पढ़ लईए सारे ग्रंथ, पढ़ लईए दुनिया की हरेक प्रकार की विद्या, दोहरियां तेहरियां चौहरियां डिग्रियां लै लईए। महाराज कहंदे लेखे विच तां इक्को एक गल है, प्रभु दा नाम वाहिगुरु दी बंदगी। बाकी तां एवें हौमे विच झखा मारदियां ही ने। वाहिगुरु दे नाम दी पढ़ाई तो बिना होर कूड़ पढ़ना, होर जिहड़ा पढ़ना है ये कूड़ झूठ ही है। कूड़ कमावना, होर जिहड़ी कमाई करनी है, चाहे वो धन दौलत की कमाई है ते चाहे अपने अनेक प्रकार के कर्मां करतब्बां की कमाई है, हर प्रकार की वो कमाई भी झूठ रूप ही है। क्योंकि ये होर प्रकार के ख्यालों में लगिया बिखिया नाल प्यार, जहर नाल, विषयां विकारां रूपी जहर दे नाल, बिख रूपी माया दे नाल ही जीव का प्यार लगा होया है। इस तरह भाई ये सारा जिहड़ा पसारा है झूठ पसारा ही है, ते जीव विषयां विकारां विच प्रीत करदियां ही अपने आप नूं खुआर कर लैंदा है। अंदर सुख ना होवई मनमुख जन्म खुआर। इन्हां अनेक दुनियावी जतनां दे नाल, होर दुनियावी पढ़ाइयां पढ़न दे नाल, दुनिया दीयां होर कमाइयां कर लैण दे नाल अंदर सुख ना होवई, हिरदे दे अंदर आत्मिक सुख की प्राप्ति नहीं हुंदी। साडी जिन्नी सुख प्राप्ति की दौड़ है ये केवल बाहरी है, केवल सरीरक सुख वास्ते ही आपां भज्जे फिरदे हां। पर अनेक प्रकार का सरीरक सुखां दा साजो समान मौजूद हुंदियां होयां भी साडे हिरदे नूं शांति नहीं, साडे अंतर आत्मे सुख नहीं। वो सुख प्रभु की बंदगी विचों मिलदा है। उस सुख बारे ही सतगुरु फरमान करते हैं कि सुख ना ही रे हर भगत बिना। वाहिगुरु की भगती तो बिना वो असली सुख नहीं मिलना। जे तां वो असली सुख प्राप्त नहीं होया तां सरीरक तौर ते सुखां दे हज़ारां साधन भी सानू सुख नहीं दे सकते। पर जे साडे कोले वो असली सुख मौजूद है, अंतरीव सुख, तां फिर बाहरी दुख भी दुख नहीं जापदा। आरे नाल शरीर चीरे जांदियां होया, रूम विच लपेट के साड़े जांदियां होया, बंद बंद कटवाउंदियां, चरखड़ियां ते चढ़दियां, खोपर उतरवाउंदियां, देगे विच उबलदियां भी दुख नहीं लगदा, क्योंकि अंदर सुख वसदा है। पर वो अंदरला सुख प्रभु की बंदगी नाल, वाहिगुरु दे नाम सिमरन की कमाई नाल मिलदा है। जिहड़ा कूड़ पढ़ना कूड़ कमावना है ना, इहदे नाल अंदर सुख ना होवई, हिरदे दे अंतरीव सुख की प्राप्ति नहीं हो सकती। मनमुख जन्म खुआर। इउं जिहड़ा आप महारा मनुख है, मन दे पिछे लग के चलण वाला, वो मनमुख अपने जन्म नूं खुआर कर लैंदा, व्यर्थ गवा के चलिया जांदा है। नानक नाम रत्ते से उबरे, गुर कै हेत अपार। सतगुरु जी फरमान करते ने कि ऐ भाई, ਜਿਹੜੇ ਮਨੁੱਖ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਦੇ ਪ੍ਰਤੱਖ ਸਰੂਪ ਸਤਿਗੁਰਾਂ ਨਾਲ ਬੇਅੰਤ ਅਥਾਹ ਪ੍ਰੇਮ ਕਰਦੇ ਨੇ ਤੇ ਵਾਹਿਗੁਰੂ ਦੇ ਨਾਮ ਦੀ ਰੰਗਣ ਵਿੱਚ ਰੰਗੇ ਗਏ ਨੇ, ਉਹ ਵਿਖਿਆ ਦੇ ਅਸਰ ਤੋਂ ਬਚ ਜਾਂਦੇ ਨੇ, ਮੋਹ ਮਾਇਆ ਤੋਂ ਬਚਦੇ ਨੇ ਤੇ ਉਹ ਇਸੇ ਪ੍ਰਕਾਰ ਨਰਕਾਂ ਵਿੱਚ ਪੈਣ ਤੋਂ, ਜੂਨਾਂ ਵਿੱਚ ਪੈਣ ਤੋਂ ਤੇ ਜਮਾਂ ਦੇ ਵਸ ਪੈਣ ਤੋਂ ਬਚ ਜਾਂਦੇ ਹਨ।
ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਪੌੜੀ ਵਿੱਚ ਫਰਮਾਨ ਕਰਦੇ ਨੇ, ਆਪੇ ਹੀ ਉਹ ਜੀਵਾਂ ਨੂੰ ਪੈਦਾ ਕਰ ਕਰਕੇ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਹੈ। ਸਾਰੀਆਂ ਕਰਨੀਆਂ ਆਪ ਕਰਦਾ, ਸਾਰੇ ਕਾਰਨਾਂ ਨੂੰ ਆਪ ਪੈਦਾ ਕਰਦਾ, ਆਪ ਹੀ ਆਪਣੇ ਖੇਲ ਤਮਾਸ਼ੇ ਨੂੰ ਵੇਖਦਾ ਹੈ ਤੇ ਸਾਰੀਆਂ ਥਾਵਾਂ ਤੇ ਸਦਾ ਥਿਰ ਰਹਿਣ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਦਾ ਸੱਚਾ ਹੈ, ਸਦਾ ਇੱਕ ਰਸ ਕਾਇਮ ਰਹਿਣ ਵਾਲਾ ਹੈ। ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ। ਜਿਹੜਾ ਜੀਵ ਆਪਣੇ ਖਸਮ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਵਾਹਿਗੁਰੂ ਦੇ ਪ੍ਰਤੱਖ ਸਰੂਪ ਜੋ ਸਾਡੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਸਤਿਗੁਰਾਂ ਦੇ ਹੁਕਮ ਨੂੰ ਜਿਹੜਾ ਨਹੀਂ ਬੁੱਝਦਾ, ਨਹੀਂ ਜਾਣਦਾ, ਹੁਕਮ ਦੀ ਪਾਲਣਾ ਨਹੀਂ ਕਰਦਾ, ਸੋਈ ਨਰ ਕੱਚਾ। ਹਜੂਰ ਫਰਮਾਉਂਦੇ ਨੇ ਉਹ ਨਰ, ਉਹ ਮਨੁੱਖ ਜਿਹੜਾ ਹੈ ਉਹ ਕੱਚਾ ਹੈ, ਕਚਿਆਈ ਵਾਲਾ ਹੈ। ਜਿਤ ਭਾਵੈ ਤਿਤ ਲਾਏ ਦਾ ਗੁਰਮੁਖ ਹਰ ਸੱਚਾ। ਜਿਹੜੇ ਗੁਰਮੁਖ ਹਨ, ਗੁਰੂ ਕੇ ਲੜ ਲੱਗੇ ਹੋਏ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਕੀ ਕਿਰਪਾ ਨਾਲ ਹੋਈ ਹੈ। ਗੁਰਮੁਖ ਹਰ ਸੱਚਾ, ਗੁਰੂ ਕੇ ਰਾਹੀਂ ਸੱਚਾ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ ਤੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦਿਆਂ ਹੋਇਆਂ ਨਿਤਾ ਪ੍ਰਤੀ ਇਹ ਸਮਝਦੇ ਹਨ ਕਿ ਜਿਤ ਭਾਵੈ ਤਿਤ ਲਾਏਂਦਾ। ਜਿੱਧਰ ਕਿਸੇ ਨੂੰ ਲਾਉਣਾ ਪਾਉਂਦਾ ਹੋਵੇ ਅਕਾਲ ਪੁਰਖ ਵਾਹਿਗੁਰੂ ਉਧਰ ਲਾਉਂਦਾ ਹੈ। ਸਾਰਿਆਂ ਨੂੰ ਆਪਣੇ ਹੁਕਮ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਤੋਰਦਾ ਹੈ। ਸਭਨਾ ਕਾ ਸਾਹਿਬ ਏਕ ਹੈ ਗੁਰ ਸਬਦੀ ਰਚਾ। ਸਾਰਿਆਂ ਦਾ ਸਾਹਿਬ, ਸਾਰਿਆਂ ਦਾ ਮਾਲਕ ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਮਾਲਕ ਸਭਨਾ ਦਾ, ਪਰ ਉਸ ਪ੍ਰਮਾਤਮਾ ਨਾਲ ਰਚ ਵਿੱਚ ਉਹੀ ਸਕਦਾ ਹੈ ਜਿਹੜਾ ਗੁਰੂ ਕੇ ਸ਼ਬਦ ਦਾ ਧਾਰਨੀ ਹੋਵੇ, ਗੁਰੂ ਕੇ ਉਪਦੇਸ਼ ਦੀ ਕਮਾਈ ਕਰੇ। ਗੁਰ ਸਬਦੀ ਰਚਾ, ਗੁਰੂ ਮਹਾਰਾਜ ਦੇ ਉਪਦੇਸ਼ ਦੇ ਸਦਕਾ ਉਸ ਪ੍ਰਮਾਤਮਾ ਨਾਲ ਰਚਿਆ ਜਾ ਸਕਦਾ, ਉਹਦੇ ਨਾਲ ਮਿਲਿਆ ਜਾ ਸਕਦਾ ਹੈ ਤਾਂ ਹਰ ਜਗ੍ਹਾ ਸਾਰਿਆਂ ਦੇ ਹਿਰਦੇ ਵਿੱਚ, ਪਰ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਵ ਨਾ ਬੁਝੈ ਗਵਾਰੀ। ਗੁਪਤ ਵਰਤਦਾ ਹੈ ਹਿਰਦੇ ਵਿੱਚ, ਹਰ ਇੱਕ ਨੂੰ ਪ੍ਰਾਪਤੀ ਨਹੀਂ। ਪਰ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ, ਉਹਨਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸੋ ਬ੍ਰਹਮ ਅਜੋਨੀ ਹੈ ਵੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ। ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ। ਗੁਰਮੁਖ ਸਦਾ ਸਲਾਹੀ ਹੈ, ਗੁਰੂ ਕੇ ਰਾਹੀਂ। ਗੁਰਮੁਖਤਾ ਭਾਵ ਹੈ ਗੁਰੂ ਕੇ ਦੁਆਰਾ, ਗੁਰੂ ਕੇ ਰਾਹੀਂ ਭਾਵ ਗੁਰੂ ਕੇ ਲੜ ਲੱਗ ਕੇ ਗੁਰੂ ਕਾ ਉਪਦੇਸ਼ ਹਾਸਲ ਕਰਕੇ ਸਦਾ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੁਣਾ ਕਰੀਏ। ਜੋ ਆਪ ਸਦਾ ਰੂਪ ਕਾਇਮ ਰਹਿਣ ਵਾਲਾ ਹੈ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸਦਾ ਵਾਸਤੇ ਕਰਦੇ ਰਹੀਏ। ਸਭ ਤਿਸ ਦੇ ਜੱਚਾ, ਸਾਰੇ ਤਿਸ ਅਕਾਲ ਪੁਰਖ ਵਾਹਿਗੁਰੂ ਦੇ ਹੀ ਜਾਚਕ ਹਨ, ਉਹਦੇ ਤੋਂ ਹੀ ਸਾਰੇ ਮੰਗਣ ਵਾਲੇ ਨੇ। ਉਹ ਵਾਹਿਗੁਰੂ ਸਾਰਿਆਂ ਤੇ ਬਖਸ਼ਿਸ਼ਾ ਕਰਨ ਵਾਲਾ ਹੈ। ਸਭ ਤਿਸ ਦੇ ਜੱਚਾ, ਸਾਰੇ ਤਿਸ ਦੇ ਹੀ ਕੌਤਕ ਨੇ। ਆਪ ਕੌਤਕ ਕਰਨ ਹਾਰਾ ਹੈ, ਆਪ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ, ਆਪ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਉਸ ਕੌਤਕ ਕਰਨ ਹਾਰੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਦਾ ਸਦਾ ਵਾਸਤੇ ਕਰਦੇ ਰਹੀਏ। ਜਿਉ ਨਾਨਕ ਆਪ ਨਚਾਏਦਾ ਤਿਵਹੀ ਕੋ ਨੱਚਾ। ਧੰਨ ਸਤਿਗੁਰੂ ਅਮਰਦਾਸ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਨੇ ਕਿ ਆਪਣੇ ਹੁਕਮ ਦੀ ਡੋਰ ਨਾਲ ਜਿਵੇਂ ਜਿਵੇਂ ਉਹ ਪ੍ਰਮਾਤਮਾ ਨਚਾਉਂਦਾ ਹੈ ਨਾ ਜੀਵਾਂ ਨੂੰ, ਤਿਵਹੀ ਕੋ ਨੱਚਾ, ਤਿਵੇਂ ਤਿਵੇਂ ਕੋਈ ਇਹ ਜੀਵ ਜਿਹੜਾ ਹੈ ਇਹ ਨੱਚਦਾ ਹੈ। ਕਾਠ ਕੀ ਪੁਤਰੀ ਕਹਾ ਕਰੈ ਬੱਬਰੀ ਖਿਲਾਵਨ ਹਾਰੋ ਜਾਣੈ। ਲੱਕੜ ਦੀ ਬਣੀ ਹੋਈ ਪੁਤਲੀ ਜਿਹੜੀ ਵਿਚਾਰੀ ਕੀ ਕਰ ਸਕਦੀ ਹੈ, ਉਹਨੂੰ ਖਿਲਾਉਣ ਹਾਰਾ ਜਿਹੜਾ ਹੈ ਤਮਾਸ਼ਗੀਰ, ਉਹ ਜਾਣਦਾ ਹੈ ਕਿ ਇਸ ਪੁਤਲੀ ਨੂੰ ਮੈਂ ਕਿਵੇਂ ਨਚਾਉਣਾ ਹੈ। ਪੁਤਲੀ ਦੀ ਡੋਰ ਨੂੰ ਜਿਵੇਂ ਜਿਵੇਂ ਉਹ ਖਿੱਚਦਾ ਹੈ ਤਿਵੇਂ ਤਿਵੇਂ ਪੁਤਲੀ ਨਾਚ ਕਰਦੀ ਹੈ। ਇਵੇਂ ਜੀਵਾਂ ਰੂਪੀ ਪੁਤਲੀਆਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਸੂਤਰਧਾਰ, ਤੇ ਜਿਵੇਂ ਜਿਵੇਂ ਹੁਕਮ ਰੂਪੀ ਡੋਰ ਖਿੱਚ ਕੇ ਜੀਵਾਂ ਨੂੰ ਉਹ ਨਚਾ ਰਿਹਾ, ਭਾਵ ਕਿਰਤ ਕਰਾ ਰਿਹਾ ਹੈ, ਚੇਸ਼ਟਾ ਕਰਾ ਰਿਹਾ ਹੈ, ਉਸੇ ਤਰ੍ਹਾਂ ਹੀ ਇਹ ਜੀਵ ਚੇਸ਼ਟਾ ਕਰਦਾ, ਉਸੇ ਤਰ੍ਹਾਂ ਹੀ ਨੱਚਦਾ ਹੈ। ਭਾਵ ਹੁਕਮ ਬਿਨਾ ਨਹਿ ਝੂਲੇ ਪਾਤਾ,
ਵਾਹਿਗੁਰੂ ਦੇ ਹੁਕਮ ਦੇ ਅੰਦਰ ਸਭ ਕੁਝ ਵਰਤਦਾ ਹੈ। ਇਹ ਬ੍ਰਹਮ ਬੇਤਿਆਂ ਦੀ ਵਿਚਾਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਨਿਰਤਕਾਰੀ ਕਰ ਰਹੀ ਹੈ। ਤੇ ਮਹਾਰਾਜ ਅਖੀਰ ਵਿੱਚ ਬਚਨ ਲਿਖਦੇ ਨੇ ਸੁੱਧ। ਸੁੱਧ ਤੋਂ ਭਾਵ ਹੈ ਇਹ ਅੰਮ੍ਰਿਤ ਰੂਪ ਗੁਰਬਾਣੀ ਪੂਰੀ ਤਰ੍ਹਾਂ ਸ਼ੁੱਧ ਹੈ। ਆਪਣੇ ਖਿਆਲ ਮੁਤਾਬਕ ਕੋਈ ਸੋਧਣ ਵਾਸਤੇ ਕਦਮ ਨਾ ਚੁੱਕੇ। ਸੁੱਧ ਦਾ ਅਰਥ ਹੈ ਖਬਰ। ਭਾਈ ਗੁਰੂ ਕੀ ਬਾਣੀ ਦੀ ਸੁੱਧ, ਗੁਰੂ ਕੀ ਬਾਣੀ ਦੇ ਉਪਦੇਸ਼ ਦੀ ਖਬਰ ਆਪਣੇ ਮਨ ਨੂੰ ਕਰੋ। ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਮਨ ਨੂੰ ਸ਼ੁੱਧ ਕਰੋ। ਜੇ ਮਨ ਸ਼ੁੱਧ ਹੋ ਜਾਵੇਗਾ ਤਾਂ ਸ਼ੁੱਧ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਹਿਰਦੇ ਵਿੱਚ ਆਣ ਵਸੇਗਾ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ ਜੀ, ਇਹ ਜੋ ਅੱਖਰਾਂ ਦੇ ਵਿੱਚ ਸੁੱਧ ਸਤਿਗੁਰੂ ਗਰੀਬ ਨਵਾਜ ਜੀ ਨੇ ਲਿਖਿਆ ਹੈ, ਸੋ ਪ੍ਰਾਤਨ ਇਹ ਮਰਜ਼ਾਦਾ ਹੀ ਹੈ, ਪਰੰਪਰਾ ਹੀ ਹੈ ਕਿ ਇਸ ਦਾ ਵੀ ਆਪਾਂ ਉਚਾਰਨ ਕਰਨਾ ਹੈ। ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਗੁਰਮੁਖ ਪਿਆਰੇ ਰਾਗੀ ਸਿੰਘ ਇਉਂ ਬਾਅਦ ਵਿੱਚ ਸੁੱਧ ਦਾ ਉਚਾਰਨ ਕਰਦੇ ਨੇ। ਕਈ ਵਾਰ ਕਈ ਸਾਡੇ ਵੀਰ ਅਣਗਹਿਲੀ ਕਰ ਜਾਂਦੇ ਨੇ। ਸੋ ਇਸ ਦਾ ਵੀ ਉਚਾਰਨ ਜਿਹੜਾ, ਕਿਉਂਕਿ ਅੱਖਰ ਜੋ ਲਿਖਿਆ ਹੈ ਅੱਖਰ ਦਾ ਉਚਾਰਨ ਜ਼ਰੂਰ ਬੜਾ ਜ਼ਰੂਰ ਹੋਣਾ ਹੈ। ਸਮਾਂ ਸਮਾਪਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਕਾ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਔਰ ਗੁਰੂ ਕੀ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ, ਭਾਈ ਪਰਮਜੀਤ ਸਿੰਘ ਜੀ ਰਾਣਾ, ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਸਾਹਿਬ ਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦਾ, ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਸੁਭਾਗ ਪ੍ਰਾਪਤ ਹੋਇਆ ਹੈ। ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ, ਜਿਉ ਨਾਨਕ ਆਪ ਨਚਾਏਂਦਾ ਤਿਵਹੀ ਕੋ ਨੱਚਾ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।